Hello everyone, welcome to Victor's Knowledge. This is Chinu Sharma and today I am going to discuss with you very important topic ਤੇ ਇਸ topic ਚੋਂ 100% exam ਦੇ ਵਿੱਚ question ਆਉਣਾ ਹੀ ਆਉਣਾ। ਸੋ ਅੱਜ ਦਾ ਆਪਣਾ topic ਹੈ data interpretation ਦਾ। ਸੋ ਇਹਦੇ ਵਿੱਚ ਆਪਾਂ pie chart, bar graph, table chart ਤਿੰਨੋਂ ਤਰ੍ਹਾਂ ਦੇ types ਦੇਖਾਂਗੇ ਤੇ ਇਹਨਾਂ ਦੇ question solve ਕਰਾਂਗੇ। ਜੇ ਤੁਸੀਂ ਮੇਰੇ ਚੈਨਲ ਤੇ ਫਰਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਡੂ ਟਰਨ ਔਨ ਦ ਬੈਲ ਆਈਕਨ ਲਾਈਕ ਮਾਈ ਵੀਡੀਓਜ਼ ਸ਼ੇਅਰ ਐਂਡ ਕਮੈਂਟ ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੇ ਪਹਿਲੇ ਡੇਟਾ ਇੰਟਰਪ੍ਰੀਟੇਸ਼ਨ ਦੇ ਕੁਐਸਚਨ ਦੇ ਨਾਲ ਸੋ ਡੇਟਾ ਇੰਟਰਪ੍ਰੀਟੇਸ਼ਨ ਦਾ ਮਤਲਬ ਕੀ ਹੈ ਤੁਹਾਨੂੰ ਇੱਕ ਫਿਗਰ ਦਿੱਤੀ ਹੋਊਗੀ ਤੁਸੀਂ ਉਸ ਫਿਗਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਭ ਕੁਝ ਛੱਡ ਕੇ ਤੁਸੀਂ ਪੇਪਰ 'ਚ ਉਸ ਫਿਗਰ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤੁਸੀਂ ਅਲੱਗ ਇੱਕ ਫਟਾਫਟ ਚਾਰਟ ਬਣਾ ਲੈਣਾ ਕਿ ਤੁਹਾਨੂੰ ਇਸ ਫਿਗਰ ਦੇ ਵਿੱਚ ਕਿਹੜੀਆਂ ਮੇਨ ਚੀਜ਼ਾਂ ਦੱਸੀਆਂ ਹੋਈਆਂ ਨੇ ਕਿਹੜੇ ਮੇਨ ਡੇਟਾ ਗਿਵਨ ਨੇ ਸੋ ਡੇਟਾ ਇੰਟਰਪ੍ਰੀਟੇਸ਼ਨ ਦਾ ਮਤਲਬ ਹੈ ਤੁਸੀਂ ਇੱਕ ਗਿਵਨ ਫਿਗਰ ਦੇ ਵਿੱਚੋਂ ਉਹ ਫਿਗਰ ਪਾਈ ਚਾਰਟ ਹੋ ਸਕਦੀ ਹੈ ਬਾਰ ਗ੍ਰਾਫ ਹੋ ਸਕਦੀ ਹੈ ਲਾਈਨ ਗ੍ਰਾਫ ਹੋ ਸਕਦੀ ਹੈ ਜਾਂ ਫਿਰ ਟੈਬੂਲਰ ਫਾਰਮ ਤੁਸੀਂ ਉਹਦੇ ਵਿੱਚੋਂ ਡੇਟਾ ਨੂੰ ਚੱਕ ਕੇ ਉਹਨੂੰ ਸਮਝ ਕੇ ਇੰਟਰਪ੍ਰੀਟ ਕਰਕੇ ਆਪਣੇ ਆਨਸਰ ਦੇਣੇ ਨੇ ਸੋ ਹੁਣ ਆਪਣਾ ਫਰਸਟ ਕੁਐਸਚਨ ਹੈ ਪਾਈ ਚਾਰਟ ਦੇ ਨਾਲ ਰਿਲੇਟਡ ਸੋ ਦ ਫੋਲੋਇੰਗ ਪਾਈ ਚਾਰਟ ਸ਼ੋਜ਼ ਪਰਸੈਂਟੇਜ ਡਿਸਟ੍ਰੀਬਿਊਸ਼ਨ ਸਭ ਤੋਂ ਨੰਬਰ ਇੱਕ ਚੀਜ਼ ਇੰਪੋਰਟੈਂਟ ਹੈ ਇਸ ਕੁਐਸਚਨ ਨੂੰ ਕਰਨ ਦੀ ਕਿ ਤੁਸੀਂ ਜੋ ਤੁਹਾਨੂੰ ਕੁਐਸਚਨ ਦੇ ਵਿੱਚ ਆਪਾਂ ਉਹਦੇ ਨੀਚੇ ਵਾਲੇ ਆਪਸ਼ਨਸ ਵਾਲੇ ਕੁਐਸਚਨ ਦੀ ਗੱਲ ਨਹੀਂ ਕਰ ਰਹੇ ਸਿਰਫ ਜੋ ਤੁਹਾਨੂੰ ਇੱਕ ਇੰਟਰੋਡਕਸ਼ਨ ਦਿੱਤੀ ਹੁੰਦੀ ਹੈ ਵੀ ਤੁਹਾਡੇ ਕੁਐਸਚਨ ਦੇ ਵਿੱਚ ਕੀ ਗੱਲ ਹੋ ਰਹੀ ਹੈ ਕਿਸ ਚੀਜ਼ ਬਾਰੇ ਡੇਟਾ ਹੈ ਤੁਸੀਂ ਉਹਨੂੰ ਆਪਣੇ ਪੈਨ ਜਾਂ ਪੈਨਸਿਲ ਦੇ ਨਾਲ ਅੰਡਰਲਾਈਨ ਕਰ ਲੈਣਾ ਹੈ ਸੋ ਦ ਫੋਲੋਇੰਗ ਪਾਈ ਚਾਰਟ ਸ਼ੋਜ਼ ਪਰਸੈਂਟੇਜ ਡਿਸਟ੍ਰੀਬਿਊਸ਼ਨ ਆਫ ਦ ਐਕਸਪੈਂਡੀਚਰ ਉਰੇ ਹੁਣ ਤੁਹਾਨੂੰ ਪਤਾ ਲੱਗ ਗਿਆ ਪਰਸੈਂਟੇਜ ਐਗਜ਼ਾਮ ਦੇ ਵਿੱਚ ਆਪਾਂ ਇੰਨੀ ਜਲਦੀ ਵਿੱਚ ਹੁੰਨੇ ਆ ਆਪਣੀ ਮੈਂਟਲ ਸਟੇਟ ਬਿਲਕੁਲ ਵੀ ਐਵੇਂ ਨਹੀਂ ਹੁੰਦੀ ਕਿ ਆਪਾਂ ਟਾਈਮ ਲਗਾ ਕੇ ਕਿਸੇ ਚੀਜ਼ ਨੂੰ ਸਮਝ ਸਕੀਏ ਸੋ ਤੁਸੀਂ ਉਰੇ ਸਮਝ ਲੈਣਾ ਵੀ ਤੁਹਾਨੂੰ ਪਰਸੈਂਟੇਜ ਲਿਖੀ ਹੋਈ ਆ ਕਈ ਵਾਰੀ ਕੀ ਹੁੰਦਾ ਆਪਾਂ ਜਲਦੀ ਦੇ ਵਿੱਚ ਕੀ ਕਰਦੇ ਆ ਪਰਸੈਂਟੇਜ ਚੀਜ਼ ਨੀਚੇ ਆਪਾਂ ਸਾਈਨ ਨਹੀਂ ਦੇਖਦੇ ਆਪਾਂ ਇਹਨੂੰ 10 15 20 ਸਿੰਪਲ ਫਿਗਰ ਸਮਝ ਲੈਂਦੇ ਆ ਸੋ ਉੱਥੇ ਹੀ ਆਪਣਾ ਪੂਰਾ ਦਾ ਪੂਰਾ ਕੁਐਸਚਨ ਗਲਤ ਹੋ ਜਾਂਦਾ ਸੋ ਤੁਸੀਂ ਸਭ ਤੋਂ ਪਹਿਲਾਂ ਜੇ ਤੁਸੀਂ ਆਪਣਾ ਟਾਈਮ ਬਚਾਉਣਾ ਜਿਹੜੀ ਇੰਟਰੋਡਕਟਰੀ ਪਾਰਟ ਹੈ ਕਿਸੇ ਵੀ ਡੇਟਾ ਇੰਟਰਪ੍ਰੀਟੇਸ਼ਨ ਦੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਸੋ ਹੁਣੇ ਪਰਸੈਂਟੇਜ ਡਿਸਟ੍ਰੀਬਿਊਸ਼ਨ ਦੱਸੀ ਹੋਈ ਹੈ ਆਫ ਦ ਐਕਸਪੈਂਡੀਚਰ ਇਨਕਰਡ ਇਨ ਪਬਲਿਸ਼ਿੰਗ ਅ ਬੁੱਕ ਸੋ ਇੱਕ ਬੁੱਕ ਨੂੰ ਕਿਤਾਬ ਨੂੰ ਛਾਪਣ ਦੇ ਲਈ ਕਿੰਨਾ ਖਰਚਾ ਹੋਇਆ ਉਸ ਖਰਚੇ ਦਾ ਜੋ ਵੀ ਬੰਟਵਾਰਾ ਹੈ ਡਿਸਟ੍ਰੀਬਿਊਸ਼ਨ ਹੈ ਉਹਦੀ ਆਪਾਂ ਨੂੰ ਪਰਸੈਂਟੇਜ ਦੱਸੀ ਹੋਈ ਹੈ ਮੰਨ ਲਓ ਕੁੱਲ ਆਪਣੇ ਕੋਲ 100 ਰੁਪਇਆ ਤਾਂ ਉਰੇ ਦੱਸਿਆ ਹੋਇਆ ਵੀ 10% 100 ਦਾ ਪ੍ਰਮੋਸ਼ਨ ਤੇ ਗਿਆ 15% ਰਾਇਲਟੀ ਤੇ 20% ਲੱਗਿਆ ਕਿਤਾਬ ਨੂੰ ਬਾਈਂਡ ਕਰਵਾਉਣ ਤੇ ਸੋ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਉਰੇ ਸਮਝ ਆਜੂ ਵੀ ਇਹ ਕੁਐਸਚਨ ਹੈ ਕੀ ਸੋ ਹੁਣ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਤੁਸੀਂ ਇਸ ਪਾਈ ਚਾਰਟ ਨੂੰ ਸਟੱਡੀ ਕਰਨੀ ਹੈ ਤੇ ਇਹਦੇ ਆਨਸਰਸ ਨੂੰ ਤੁਸੀਂ ਨੀਚੇ ਸੋਲਵ ਕਰਨਾ ਹੈ ਸੋ ਹੁਣ ਆਪਣਾ ਪਹਿਲਾ ਕੁਐਸਚਨ ਆ ਗਿਆ if for a certain quantity of book the publisher must pay rupees 30,600 as printing cost then what will be the amount of royalty to be paid for these book ਸੋ ਹੁਣ ਆਪਾਂ ਨੂੰ ਪਤਾ ਹੈ ਆਪਣੇ ਕੋਲ ਇਸ ਡੇਟਾ ਦੀ ਜੇ ਆਪਾਂ ਗੱਲ ਕਰੀਏ ਤਾਂ ਰਾਇਲਟੀ ਦਿੱਤੀ ਹੋਈ ਹੈ ਆਪਾਂ ਨੂੰ 15% ਤੇ ਜਿਹੜੀ ਚੀਜ਼ ਦੀ ਅਮਾਉਂਟ ਹੈਗੀ ਸਭ ਤੋਂ ਪਹਿਲਾਂ ਤਾਂ ਤੁਸੀਂ ਐਵੇਂ ਦੇ ਕੁਐਸਚਨ ਦੇ ਵਿੱਚ ਉਸ ਚੀਜ਼ ਦੀ ਪਰਸੈਂਟੇਜ ਕਿੰਨੀ ਆ ਤੁਸੀਂ ਉਹ ਦੇਖੋ ਸੋ 20% ਪ੍ਰਿੰਟਿੰਗ ਕਾਸਟ ਹੈ ਸੋ ਉਰੇ ਹੁਣ ਆਪਾਂ ਕੀ ਕਰਾਂਗੇ ਜੇ ਆਪਾਂ ਨੇ ਇਸ ਕੁਐਸਚਨ ਨੂੰ ਸੌਖੇ ਤਰੀਕੇ ਦੇ ਨਾਲ ਸੋਲਵ ਕਰਨਾ ਹੈ ਜੇ ਤੁਸੀਂ ਰੇਸ਼ੋ ਪ੍ਰਪੋਰਸ਼ਨ ਦਾ ਟੌਪਿਕ ਧਿਆਨ ਨਾਲ ਪੜਿਆ ਹੋਇਆ ਤਾਂ ਇਹ ਕੁਐਸਚਨ ਤੁਹਾਡੇ ਲਈ ਸੋਲਵ ਕਰਨਾ ਬਹੁਤ ਹੀ ਜ਼ਿਆਦਾ ਸੌਖਾ ਹੋ ਜੂ ਤੁਸੀਂ ਕੀ ਕਰਨਾ ਹੈ ਉਰੇ ਮੰਨ ਲਓ ਆਪਾਂ ਨੂੰ ਜਿਹੜੀ ਚੀਜ਼ ਪੁੱਛੀ ਹੋਈ ਆ ਉਹਨੂੰ ਲੈਟ ਕਰ ਲਓ ਸੋ ਤੁਸੀਂ ਉਰੇ ਕਰ ਲਓ ਲੈਟ ਰਾਇਲਟੀ is equal to r ਸੋ ਤੁਸੀਂ ਹੁਣ ਉਰੇ ਦੇਖਣਾ ਵੀ ਤੁਹਾਨੂੰ ਕਿਹੜੀਆਂ ਚੀਜ਼ਾਂ ਗਿਵਨ ਨੇ ਸੋ ਉਰੇ ਆਪਾਂ ਨੂੰ 20% ਪ੍ਰਿੰਟਿੰਗ ਕਾਸਟ ਤੇ ਉਰੇ 15% ਆਪਣੇ ਕੋਲ ਰਾਇਲਟੀ ਇਹ ਕਿਹਦੇ ਬਰਾਬਰ ਆ 20% ਕਿਹਦੇ ਬਰਾਬਰ ਆ 30,600 ਦੇ ਸੋ ਉਰੇ ਆਪਣੇ ਕੋਲ x ਆ ਕਿਉਂਕਿ ਆਪਾਂ ਨੇ ਇਹ ਅਮਾਉਂਟ ਕੱਢਣੀ ਹੈ ਤੁਹਾਨੂੰ ਇਹ ਰਿਲੇਸ਼ਨ ਜੇ ਤੁਸੀਂ ਰੇਸ਼ੋ ਪ੍ਰਪੋਰਸ਼ਨ ਟੌਪਿਕ ਕੀਤਾ ਤਾਂ ਬਹੁਤ ਸੌਖੇ ਤਰੀਕੇ ਨਾਲ ਸਮਝ ਆ ਗਿਆ ਹੋਊਗਾ ਸੋ ਉਰੋਂ ਹੁਣ ਆਪਾਂ ਨੇ r ਦੀ ਵੈਲਿਊ ਕੱਢ ਲੈਣੀ ਹੈ ਇਹੀ ਆਪਾਂ ਨੂੰ ਕੁਐਸਚਨ 'ਚ ਪੁੱਛਿਆ ਹੋਇਆ ਸੋ ਜੇ ਤੁਸੀਂ ਉਰੇ r ਕਰੋਗੇ ਤਾਂ r ਆ ਜਾਊਗਾ ਤੁਹਾਡਾ 30,600
गुणा 15/20, क्योंकि थोनू पता जे किसी चीज़ दे विच रेशो पाई होवे तो उहदा मतलब हुंदा है 15/20/15। सो उरे हुण तुसी r दी वैल्यू नू सॉल्व करके कढ लोगे। सो उरे r दा आंसर आ जाऊगा 22,950। सो ये है सिंपल जा तरीका। दूजा क्वेश्चन है सेंट्रल एंगल कढना आपां ने रोयलिटी दा। जिहड़ा सेंट्रल एंगल वाला क्वेश्चन है इहदा फार्मूला तां थोनू रट्टे लग्या होना चाहिदा है, क्योंकि यही बार बार हमेशा पाई चार्ट दे जदों क्वेश्चन आउंदे ने सेंट्रल एंगल चों क्वेश्चन आउंदा ही आउंदा। सो उन्होंने क्या है, व्हाट इज द सेंट्रल एंगल ऑफ द सेक्टर कॉरस्पॉन्डिंग टू एक्सपेंडिचर इनकर्ड ऑन रॉयल्टी। सो जेड़ा आ वाला सैक्टर है रॉयल्टी वाला, आपां ने दसना भी एक केड़ा एंगल बना रहा है। सो रॉयल्टी कितनी है 15%। सो जो आपां ने कोई सेंट्रल एंगल कढना तो आपां नू जिस सैक्टर का पुछया हुंदा ओदी परसेंटेज बटे 100 गुणा 360 डिग्री। सो ये तुसी याद रखना भी तुसी 360 दे नाल इनू गुणा करना है, इनू सॉल्व करके दा आंसर आ जाऊगा ऑप्शन सी 54 डिग्री। सो नैक्सट हुण अपना आ गया एक टैबुलर फॉर्म का क्वेश्चन। तो जेड़ा 8 क्वेश्चन है कि किन्ने स्टूडेंट्स अपीयर होए, किन्ने क्वालीफाइड होए, ये एग्जामिनर्स का वन ऑफ द फेवरेट क्वेश्चन है। बार बार हर एक एग्जाम छड्ड के तुसी देखोगे यही क्वेश्चन पूछे हुंदे ने कैंडिडेट्स अपीयर्ड एंड क्वालीफाइड वाला। सो हुण आपां क्वेश्चन देख लैंदे आ। स्टडी द फॉलोइंग टेबल इन आंसर द क्वेश्चन नंबर ऑफ कैंडिडेट अपीयर्ड and qualified in competitive exam from different state over the year। So उरे अलग-अलग states दसियां होईयां ने M N P Q R ते अलग-अलग साल ने अपने कोल 5 साल ने जिन्ना विच दो टेबल ने। सो एक टेबल दे विच ओ बच्चे ने जिन्ने कुल पेपर देण दे लई अपीयर होए ते उन्हां चों पेपर चों क्वालीफाई किन्नियां ने कीता, नैक्सट टेबल ओदा है। सो हुण फर्स्ट क्वेश्चन है total number of candidate qualified from all the state together in 1997। ਜਦੋਂ ਤੁਸੀਂ ਕੋਈ ਵੀ ਇਦਾਂ ਦਾ ਜਿਹਦੇ ਤੁਹਾਨੂੰ ਜ਼ਿਆਦਾ ਕੈਲਕੂਲੇਸ਼ਨ ਕਰਨੀ ਪਵੇ ਕੁਐਸਚਨ ਆਵੇ, ਤੁਸੀਂ ਕੁਐਸਚਨ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਫਟਾਫਟ ਉਹਦੀ ਕੈਲਕੂਲੇਸ਼ਨ ਸ਼ੁਰੂ ਕਰ ਦੇਣੀ ਹੈ। ਸੋ ਤੁਹਾਨੂੰ ਇਹ ਸਭ ਤੋਂ ਪਹਿਲਾਂ ਪਤਾ ਲੱਗ ਗਿਆ ਕਿ ਤੁਹਾਨੂੰ 1997 ਵਿੱਚ ਕਿੰਨੇ ਕੁੱਲ ਕੁਆਲੀਫਾਈਡ ਸਟੂਡੈਂਟ ਸੀ ਉਹਨਾਂ ਦੀ ਗੱਲ ਕੀਤੀ ਗਈ ਹੈ। ਤੁਸੀਂ 1997 ਵੱਲ ਜਾਓਗੇ क्वालीफाइड स्टूडेंट, फटाफट इन्हों टोटल करूंगी। सो इन्हों टोटल करके आ जाऊगा 720 प्लस 840 प्लस 780 प्लस 950 प्लस 870, ये आ जाऊगा कुल 4160। फिर इन्होंने पूछा भी ए स्टूडेंट is approximately what percentage of total number of candidate qualified from all the state together in 1998। सो 1998 उरे जिन्ने कुल बच्चों ने सारिया स्टेट्स दे विचों क्वालीफाई किया ओदा किन्ना परसेंट है आवला डेटा। सो हुण आपां नूं 1998 क्वालीफाइड इन्हां नूं फटाफट जोड़ लो। सो ये आ गया 5230। सो 980 नूं जमा कर लिया 1050 1020 1240 940 विच। सो हुण आपां नूं पता है किसी चीज़ की परसेंटेज कढनी हुंदी है, ਜਿਹੜੀ ਚੀਜ਼ ਪਹਿਲਾਂ ਦਿੱਤੀ ਹੋਈ ਹੈ ਤੇ ਬਾਅਦ ਚ ਉਹਨੂੰ ਆਪਾਂ ਨੇ ਨੀਚੇ ਲਿਖ ਕੇ ਗੁਣਾ 100। ਸੋ ਇਹ ਆ ਜਾਊਗਾ ਆਪਣੇ ਕੋਲ 79.54%। ਤੁਸੀਂ ਉੱਥੇ ਇੱਕ ਚੀਜ਼ ਧਿਆਨ ਚ ਰੱਖਣੀ ਹੈ, ਜੇ ਤੁਹਾਡੀ ਪਰਸੈਂਟੇਜ ਦੇ ਜਿਹੜੇ ਪਿੱਛੇ ਵਾਲੇ ਪੁਆਇੰਟ ਆਉਂਦੇ ਨੇ ਡੈਸੀਮਲ ਤੋਂ ਬਾਅਦ, ਪੂਰੇ ਜਿਹੜੀ ਬਿੰਦੀ ਹੈ ਉਹਦੇ ਤੋਂ ਬਾਅਦ ਜਿਹੜੇ ਆਉਂਦੇ ਨੇ, ਜੇ ਇਹ 50 ਤੋਂ ਜ਼ਿਆਦਾ ਨੇ ਤਾਂ ਤੁਸੀਂ ਉੱਥੇ ਇਦੋਂ ਇੱਕ ਨੰਬਰ ਉੱਪਰ ਵਾਲੀ ਆਪਸ਼ਨ ਟਿਕ ਕਰਕੇ ਆਉਣੀ ਹੈ। ਸੋ ਇਹ ਹੁਣ 79.54 ਆ ਤਾਂ ਉਰੇ ਆਪਣੀ ਸਹੀ ਉੱਤਰ ਹੋ ਆਪਸ਼ਨ ਸੀ। ਜੇ ਉਰੇ ਹੁੰਦਾ 79.23 ਤੇ ਆਪਸ਼ਨ ਦੇ ਵਿੱਚ ਤੁਹਾਡੇ ਕੋਲ ਕਿਤੇ 79% ਹੁੰਦਾ ਤਾਂ ਤੁਸੀਂ ਉਹਨੂੰ ਟਿਕ ਕਰਕੇ ਆਉਂਦੇ। ਇਹ ਚੀਜ਼ ਤੁਸੀਂ ਬਹੁਤ ਧਿਆਨ ਰੱਖਣੀ ਹੈ। ਫਿਰ ਹੁਣ ਆ ਗਿਆ ਆਪਣਾ ਦੂਜਾ ਕੁਐਸਚਨ, what is the average candidate who appeared from state Q during the given year। बहुत सिंपल क्वेश्चन है। कहते टोटल जो आप गल करिए तो एवरेज कैंडिडेट किन्ने अपीयर होए, तुसी उरे
अपीयर वर्ड नहीं मिस करना। ਆਪਾਂ ਕੀ ਕਰਦੇ ਹਾਂ ਕਈ ਵਾਰੀ ਐਵਰੇਜ ਕੈਂਡੀਡੇਟ ਦੇਖ ਕੇ ਆਪਾਂ ਸਾਰੇ ਦੇ ਸਾਰੇ ਜਮ੍ਹਾਂ ਕਰਨ ਲੱਗ ਜਾਂਦੇ ਹਾਂ। ਉਰੇ ਸਿਰਫ ਅਪੀਅਰਡ ਪੁੱਛਿਆ। ਸੋ ਅਪੀਅਰਡ ਕਿੰਨੇ ਨੇ ਕਿਊ ਸਟੇਟ ਦੇ 8100 9500 87 97 89 50। ਸੋ ਤੁਸੀਂ ਇਹਨਾਂ ਨੂੰ ਜੋੜਨਾ ਤੇ ਜਦੋਂ ਆਪਾਂ ਕਿਸੇ ਦੀ ਐਵਰੇਜ ਕੱਢਦੇ ਹਾਂ ਤਾਂ ਜਿੰਨੇ ਸਾਲਾਂ ਦੀ ਕੱਢਦੇ ਹਾਂ ਉਨੇ ਸਾਲਾਂ ਦੇ ਨਾਲ ਆਪਾਂ ਉਹਨੂੰ ਡਿਵਾਈਡ ਕਰਦੇ ਹਾਂ। ਸੋ ਉਰੇ ਕੁੱਲ ਕਿੰਨੇ ਸਾਲ ਨੇ 5। ਸੋ ਆਪਾਂ ਇਹਨਾਂ ਸਾਰਿਆਂ ਨੂੰ ਜੋੜ ਕੇ ਇਹਨਾਂ ਦਾ ਟੋਟਲ ਬਣੂ 44950 ਬਟੇ 5। ਸੋ ਇਹ ਐਵਰੇਜ ਆ ਜਾਊਗੀ ਆਪਣੀ ਆਪਸ਼ਨ ਸੀ 8990। ਇਹ ਜਿਹੜੇ ਕੁਐਸਚਨ ਹੁੰਦੇ ਨੇ ਬਹੁਤ ਹੀ ਜ਼ਿਆਦਾ ਸਿੰਪਲ ਹੁੰਦੇ ਨੇ। ਡੇਟਾ ਇੰਟਰਪ੍ਰੀਟੇਸ਼ਨ ਇੱਕ ਇਹੋ ਜਿਹਾ ਟੌਪਿਕ ਹੈ ਜਿਹਦੇ ਵਿੱਚੋਂ ਤੁਸੀਂ ਸਭ ਤੋਂ ਜ਼ਿਆਦਾ ਨੰਬਰ ਲੈ ਸਕਦੇ ਹੋ ਪੂਰੇ ਦੇ ਪੂਰੇ। ਤੁਸੀਂ ਕੀ ਕਰਨਾ ਹੈ ਇਹ ਜਿਹੜੇ ਕੁਐਸਚਨ ਨੇ ਟਰਾਈ ਕਰਨਾ ਕਿ ਇਹਨਾਂ ਨੂੰ ਤੁਸੀਂ ਬਿਨਾਂ ਕਨਫਿਊਜ਼ ਹੋਏ ਬਿਨਾਂ ਡਰੇ ਹੋਏ ਆਪਣੀ ਕੈਲਕੂਲੇਸ਼ਨ ਤੁਸੀਂ ਸਟਰੋਂਗਲੀ ਤੇ ਸਹੀ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਹੁਣ ਆਪਣਾ ਲਾਸਟ ਆ ਗਿਆ ਡੇਟਾ ਇੰਟਰਪ੍ਰੀਟੇਸ਼ਨ ਦਾ ਕੁਐਸਚਨ ਬਾਰ ਗ੍ਰਾਫ ਉੱਤੇ। ਸੋ ਇਹ ਕੁਐਸਚਨ ਹੈ the bar graph given below shows the foreign exchange reserve of a country in million US dollar from 1991 ਤੋਂ 92 to 1998 to 1999। ਸੋ ਕਹਿੰਦੇ ਜਿਹੜਾ ਇਹ ਬਾਰ ਗ੍ਰਾਫ ਹੈ ਪੂਰਾ ਇਹ ਕੀ ਦੱਸ ਰਿਹਾ ਆਪਾਂ ਨੂੰ ਕਿ ਇੱਕ ਦੇਸ਼ ਦੇ ਕੋਲ ਪੂਰੀ ਕੰਟਰੀ ਦੇ ਕੋਲ ਇਹ ਵਾਲੇ ਸਾਲਾਂ 'ਚ 1991 ਤੋਂ 99 ਤੱਕ ਕੁੱਲ ਉਰੇ ਕਿੰਨੇ ਸਾਲਾਂ ਦੀ ਗੱਲ ਹੋ ਰਹੀ ਹੈ 1 2 3 4 5 6 7 8 8 ਸਾਲਾਂ ਦੀ ਗੱਲ ਹੋ ਰਹੀ ਹੈ। ਕੁੱਲ 8 ਸਾਲਾਂ 'ਚ ਕਿੰਨੇ ਫੋਰਨ ਐਕਸਚੇਂਜ ਰਿਜ਼ਰਵ ਸੀ ਮਤਲਬ ਜਿਹੜਾ ਫੋਰਨ ਦਾ ਪੈਸਾ ਹੁੰਦਾ ਜਮ੍ਹਾਂ ਹੁੰਦਾ ਆਪਣੇ ਦੇਸ਼ ਕੋਲ ਸੋ ਉਹ ਕਿੰਨਾ ਹੈ। ਸੋ ਉਰੇ ਹੁਣ ਆਪਾਂ ਨੇ ਪਹਿਲਾ ਕੁਐਸਚਨ ਦੇਖਣਾ the ratio of the number of years in which the foreign exchange reserve are above average reserve to those in which the reserves are below the average reserve। ਸੋ ਹੁਣ ਜਿਹੜੇ ਐਵੇਂ ਦੇ ਕੁਐਸਚਨ ਹੁੰਦੇ ਨੇ ਪਹਿਲੇ ਨੰਬਰ ਤੇ ਤਾਂ ਤੁਸੀਂ ਕੀ ਕਰਨਾ ਹੈ ਉਰੇ ਇਹਦੀ ਐਵਰੇਜ ਦੇਖ ਲੈਣੀ ਹੈ। ਸੋ ਤੁਸੀਂ ਹੁਣ ਉਰੇ ਐਵਰੇਜ ਕਿਵੇਂ ਫਾਈਂਡ ਆਊਟ ਕਰਨੀ ਹੈ ਇਹ ਜਿਹੜੇ ਸਾਰੇ ਤੁਹਾਨੂੰ ਰਿਜ਼ਰਵ ਦਿੱਤੇ ਹੋਏ ਨੇ ਇਹਨਾਂ ਨੂੰ ਟੋਟਲ ਕਰਕੇ ਤੁਸੀਂ ਡਿਵਾਈਡ ਕਰ ਲੈਣਾ ਹੈ 8 ਦੇ ਨਾਲ। ਸੋ ਜਦੋਂ ਤੁਸੀਂ ਇਹਨੂੰ 8 ਦੇ ਨਾਲ ਡਿਵਾਈਡ ਕਰ ਲਿਆ ਤੁਹਾਡੇ ਕੋਲ ਆ ਜਾਣਗੇ 3480 US ਡਾਲਰ। ਸੋ US ਡਾਲਰ 3480 ਮਿਲੀਅਨ ਤੁਹਾਡੇ ਕੋਲ ਇੰਨੀ ਆ ਗਈ ਐਵਰੇਜ। ਹੁਣ ਤੁਸੀਂ ਦੇਖਣਾ ਹੈ ਵੀ 3480 ਇਹਨਾਂ ਨੇ ਆਪਣੇ ਤੋਂ ਕੀ ਪੁੱਛਿਆ ਵੀ ਐਵਰੇਜ ਨਾਲੋਂ ਕੁੱਲ ਸਾਰੇ ਸਾਲਾਂ ਦੀ ਐਵਰੇਜ ਨਾਲੋਂ ਅਬਵ ਕਿੰਨੇ ਨੇ ਜ਼ਿਆਦਾ ਰਿਜ਼ਰਵ ਕਿਹੜੇ-ਕਿਹੜੇ ਸਾਲਾਂ 'ਚ ਨੇ ਤੇ ਘੱਟ ਕਿਹੜੇ-ਕਿਹੜੇ ਸਾਲਾਂ 'ਚ ਨੇ ਆਪਾਂ ਨੇ ਉਸ ਚੀਜ਼ ਦਾ ਕੀ ਦੱਸਣਾ ਇਹਨਾਂ ਨੂੰ ਰੇਸ਼ੋ ਦੱਸਣੀ ਹੈ। ਸੋ ਉਰੇ ਆਪਾਂ ਨੇ ਕੁਝ ਕੈਲਕੂਲੇਟ ਨਹੀਂ ਕਰਨਾ ਜੋ ਕੈਲਕੂਲੇਟ ਕਰਨਾ ਸੀ ਉਹ ਆਪਾਂ ਕਰ ਚੁੱਕੇ ਹਾਂ। ਆਪਾਂ ਨੇ ਸਿਰਫ ਗਿਣਨਾ ਹੈ ਵੀ 3480 ਤੋਂ ਵੱਧ ਵਾਲੇ ਆਪਾਂ ਨੇ ਰੇਸ਼ੋ ਤੋਂ ਉੱਪਰ ਲਿਖ ਦੇਣੇ ਨੇ ਘੱਟ ਵਾਲੇ ਨੀਚੇ। ਸੋ ਹੁਣ ਵੱਧ ਵਾਲੇ ਕਿੰਨੇ ਨੇ 1 2 3 ਸੋ ਇਹ ਨੇ ਆਪਣੇ ਕੋਲ ਵੱਧ ਵਾਲੇ। ਸੋ ਉਸ ਤੋਂ ਬਾਅਦ ਆਪਣੇ ਕੋਲ ਘੱਟ ਵਾਲੇ ਕਿੰਨੇ ਨੇ ਐਵਰੇਜ ਰਿਜ਼ਰਵ ਨਾਲੋਂ ਉਹ ਨੇ ਬਾਕੀ ਹੁਣ ਆਪਾਂ ਨੂੰ ਪਤਾ ਹੈ ਕਿ ਕੁੱਲ 8 ਨੇ ਜੇ ਵੱਧ ਵਾਲੇ 3 ਨੇ ਤਾਂ ਤੁਹਾਨੂੰ ਉੱਥੇ ਗਿਣਨ ਦੀ ਵੀ ਨਹੀਂ ਲੋੜ ਘੱਟ ਵਾਲੇ ਕਿੰਨੇ ਰਹਿ ਜਾਣਗੇ 5। ਸੋ ਉਰੇ ਆਪਣੀ ਜਿਹੜੀ ਰੇਸ਼ੋ ਹੈ ਉਹ ਆ ਜਾਊਗੀ 3/5। ਸੋ ਇਹਦਾ ਸਹੀ ਉੱਤਰ ਰਹੂਗਾ ਆਪਸ਼ਨ ਸੀ 3:5। ਸੋ ਜਿਹੜੇ ਡੇਟਾ ਇੰਟਰਪ੍ਰੀਟੇਸ਼ਨ ਦੇ ਕੁਐਸਚਨ ਨੇ ਮੈਂ ਤੁਹਾਨੂੰ ਬਾਰ-ਬਾਰ ਕਹਿੰਦੀ ਹਾਂ ਇਸ ਟੌਪਿਕ ਤੋਂ ਡਰਨ ਦੀ ਲੋੜ ਨਹੀਂ ਹੈ। ਜੇ ਤੁਹਾਨੂੰ ਇੱਕ ਕੁਐਸਚਨ ਨੂੰ ਉਹਦੀਆਂ ਫਿਗਰਸ ਨੂੰ ਪੜ੍ਹਨਾ ਆਉਂਦਾ ਤੁਹਾਨੂੰ ਕੁਐਸਚਨ ਪੜ੍ਹ ਕੇ ਉਹਦਾ ਮਤਲਬ ਸਮਝਣਾ ਆਉਂਦਾ ਤਾਂ ਤੁਸੀਂ ਉੱਥੇ ਆਸਾਨੀ ਨਾਲ ਇੱਕ ਕੁਐਸਚਨ ਨੂੰ ਬਹੁਤ ਈਜ਼ੀਲੀ ਪੂਰੀ ਸਹੀ ਤਰੀਕੇ ਦੇ ਨਾਲ ਸੋਲਵ ਕਰਕੇ ਆਉਂਗੇ। ਸੋ ਹੁਣ ਆਪਣਾ ਲਾਸਟ ਕੁਐਸਚਨ ਹੈ ਫੋਰਨ ਐਕਸਚੇਂਜ ਰਿਜ਼ਰਵ in 1997 and 98। ਸੋ ਉਰੇ ਹੁਣ ਸਿਰਫ 1 ਸਾਲ ਦੀ ਗੱਲ ਹੋ ਰਹੀ ਹੈ 1997-98 ਦੀ was how many time that in 1994-95। ਸੋ ਜਦੋਂ ਆਪਾਂ ਕੋਈ ਐਵੇਂ ਦੀ ਟਾਈਮ ਦੀ ਗੱਲ ਕਰਦੇ ਹੁੰਦੇ ਆ ਤਾਂ ਉੱਥੇ ਆਪਾਂ ਨੇ ਸਿੰਪਲੀ ਡਿਵਾਈਡ ਕਰਨਾ ਹੁੰਦਾ ਵੀ how many times ਕਿੰਨੇ ਗੁਣਾ 1994-95 ਦੇ ਜਿਹੜੇ ਰਿਜ਼ਰਵ ਨੇ ਇਹ ਕਿੰਨੇ ਨੇ ਆਪਣੇ ਕੋਲ 360। ਸੋ ਇਹ ਕਿੰਨੇ ਟਾਈਮਸ ਨੇ 1997-98 ਦੇ ਇਹ ਕਿੰਨੇ ਨੇ 5040। ਸਿੰਪਲੀ ਤੁਸੀਂ ਇਹਨੂੰ ਡਿਵਾਈਡ ਕਰੋਗੇ ਤੁਹਾਡੇ ਕੋਲ ਆਨਸਰ ਆ ਜਾਊਗਾ 1.5। ਸੋ 1994 ਨਾਲੋਂ ਜੇ ਆਪਾਂ 1997 ਦੀ ਗੱਲ ਕਰੀਏ ਤਾਂ ਇਹ 1.5 ਗੁਣਾ ਜ਼ਿਆਦਾ ਨੇ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ।
ਸੋ ਤੁਸੀਂ ਹੁਣ ਇਹ ਕੁਐਸਚਨਸ ਤੋਂ ਜਿਹੜੇ ਮੈਂ ਤੁਹਾਨੂੰ 6 ਕੁਐਸਚਨ ਕਰਵਾਏ ਨੇ, ਅਲੱਗ-ਅਲੱਗ ਤਰ੍ਹਾਂ ਦੇ ਕਰਵਾਏ ਨੇ ਸਾਰੇ ਦੇ ਸਾਰੇ, ਤੁਸੀਂ ਇਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ, ਆਪ ਸੋਲਵ ਕਰੋ, ਕਿਉਂਕਿ ਇਸੇ ਹੀ ਕੁਐਸਚਨ ਦੇ ਆਲੇ ਦੁਆਲੇ ਉੱਤੇ ਥੋੜਾ ਬਹੁਤ ਬਦਲ ਕੇ ਤੁਹਾਨੂੰ ਕੁਐਸਚਨ ਆ ਸਕਦੇ ਨੇ। ਤੁਸੀਂ ਜਿਵੇਂ ਮੈਂ ਤੁਹਾਨੂੰ ਪਾਈ ਚਾਰਟ ਵਿੱਚ ਦੱਸਿਆ ਵੀ ਸੈਕਟਰ ਕਿਵੇਂ ਫਾਈਂਡ ਆਊਟ ਕਰਨਾ ਹੈ, ਉਹਦਾ ਡਿਗਰੀ ਕਿਵੇਂ ਫਾਈਂਡ ਆਊਟ ਕਰਨੀ ਹੈ, 360 ਨਾਲ ਗੁਣਾ ਕਰਨਾ ਹੈ। ਸੋ ਇਦਾਂ ਦੀ ਜਿਹੜੀ ਛੋਟੀਆਂ-ਛੋਟੀਆਂ ਚੀਜ਼ਾਂ ਨੇ, ਇਹਨਾਂ ਦਾ ਇੱਕ ਅਲੱਗ ਤੋਂ ਚਾਰਟ ਬਣਾ ਲਓ, ਇਹ ਫਾਰਮੂਲਿਆਂ ਨੂੰ ਲਿਖ ਲਓ। ਤੁਸੀਂ ਜੇ ਇਹਨਾਂ ਨੂੰ ਪੰਜਾਬੀ ਭਾਸ਼ਾ 'ਚ ਲਿਖਣਾ ਤਾਂ ਸੌਖੇ ਤਰੀਕੇ ਨਾਲ ਉਵੇਂ ਲਿਖ ਲਓ, ਫਿਰ ਇਹਨਾਂ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰੋ ਕੁਐਸਚਨਸ ਦੇ ਵਿੱਚ। ਇਹੀ ਸਭ ਤੋਂ ਬੈਸਟ ਟ੍ਰਿਕ ਹੈ ਡੇਟਾ ਇੰਟਰਪ੍ਰੀਟੇਸ਼ਨ ਦੇ ਕੁਐਸਚਨਸ ਨੂੰ ਸੋਲਵ ਕਰਨ ਦਾ। ਤੇ ਮੈਂ ਉਹਨੇ ਦੁਬਾਰਾ ਤੋਂ ਰਿਪੀਟ ਕਰ ਰਹੀ ਹਾਂ ਕਿ ਤੁਹਾਡੇ ਲਈ ਸਭ ਤੋਂ ਜ਼ਰੂਰੀ ਹੈ ਕੁਐਸਚਨ ਦੀ ਜਿਹੜੀ ਇੰਟਰੋਡਕਸ਼ਨ ਆ, ਇਹਨੂੰ ਪੜ੍ਹਨਾ, ਕਿਉਂਕਿ ਜਦੋਂ ਤੁਹਾਨੂੰ ਫਿਗਰ, ਇਹ ਪੂਰੀ ਦੀ ਪੂਰੀ ਫਿਗਰ ਤੁਹਾਨੂੰ ਦਿਮਾਗ 'ਚ ਆ ਗਈ ਵੀ ਇਹਦੇ 'ਚ ਲਿਖਿਆ ਕੀ ਹੋਇਆ, ਇਹਦੇ 'ਚ ਤੁਹਾਨੂੰ ਪਰਸੈਂਟੇਜ ਦਿੱਤੀ ਹੈ, ਤੁਹਾਨੂੰ ਉਰੇ ਕੋਈ ਪੈਸਾ ਦੱਸਿਆ, ਕੀ ਦੱਸਿਆ, ਤਾਂ ਤੁਹਾਡਾ ਨੀਚੇ ਵਾਲਾ ਜਿਹੜਾ ਕੁਐਸਚਨ ਹੈ ਉਹ ਅੱਧਾ ਹੋ ਜਾਂਦਾ ਹੈ। ਮਤਲਬ ਤੁਹਾਨੂੰ ਇੰਨਾ ਈਜ਼ੀ ਹੋ ਜਾਊਗਾ, ਉੱਥੇ ਤੁਹਾਨੂੰ ਬਿਲਕੁਲ ਵੀ ਕਨਫਿਊਜ਼ਨ ਕ੍ਰੀਏਟ ਨਹੀਂ ਹੋਊਗੀ। ਕਿਉਂਕਿ ਮੋਸਟਲੀ ਕੀ ਹੁੰਦਾ, ਆਪਾਂ ਵੱਡੀਆਂ ਫਿਗਰਸ ਦੇਖ ਕੇ ਡਰ ਜਾਂਦੇ ਹਾਂ ਵੀ ਟਾਈਮ ਘੱਟ ਹੈ ਆਪਣੇ ਕੋਲ, ਆਪਾਂ ਕਿਵੇਂ ਕੈਲਕੂਲੇਟ ਕਰੀਏ। ਕੈਲਕੂਲੇਸ਼ਨਸ ਇੰਨੀਆਂ ਨਹੀਂ ਹੁੰਦੀਆਂ ਜੇ ਤੁਸੀਂ ਉੱਥੇ ਸਮਾਰਟ ਵਰਕ ਕਰੋਗੇ। So this was all about our data interpretation topic. I hope you liked the video. Please do like, share and comment. Subscribe to my channel. Keep supporting Victor's Knowledge. Thank you and good luck.